ਹਾਂਜੀ, ਸਾਰੇ ਮੇਰੇ ਵੇਖ ਰਹੇ ਮੇਰੇ ਵੀਰ ਭਰਾਵਾਂ ਨੂੰ, ਨੌਜਵਾਨਾਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਕੁਛ ਕੁ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਨੀਆਂ, ਜਿੰਨੀ ਕੁ ਪਰਮਾਤਮਾ ਨੇ ਬੁੱਧੀ ਬਖਸ਼ੀ ਆ ਉਸ ਹਿਸਾਬ ਨਾਲ। ਵੀ ਦੇਖੋ, ਬਹੁਤ ਸਿੱਖ ਕੌਮ 'ਤੇ ਇੱਕ ਜਿਹੜਾ ਦੁਬਾਰਾ ਬਹੁਤ ਜ਼ਿਆਦਾ ਜਿੱਦਾਂ ਕਹਿ ਲਓ ਵੀ ਤਸ਼ੱਦਦ ਜਾਂ ਜ਼ੁਲਮ ਹੋਇਆ ਕਿ ਜਿਹੜਾ ਸਾਡਾ ਦੀਪ ਬਾਈ, ਦੀਪ ਵੀਰ ਇਸ ਦੁਨੀਆ 'ਤੇ ਨਹੀਂ ਰਿਹਾ ਅਤੇ ਉਹ ਸਾਨੂੰ ਵਿਛੋੜਾ ਦੇ ਗਿਆ ਸਦਾ ਲਈ। ਦੀਪ ਉਹ ਇੱਕ ਕੌਮ ਦਾ ਹੀਰਾ ਸੀਗਾ। 37 ਸਾਲਾਂ ਦੇ ਵਿੱਚ ਉਹ ਇੱਕ ਚਮਕ ਕੇ ਹੀਰਾ ਸਾਹਮਣੇ ਆਇਆ ਕਿ ਜਿਹੜਾ ਢਿੱਲੀਆਂ ਪੱਗਾਂ ਵਾਲਿਆਂ ਨੂੰ ਪਤਾ ਸੀਗਾ ਕਿ ਜੇ ਇਹਨੂੰ ਅਸੀਂ ਨਾ ਬਦਨਾਮ ਕੀਤਾ ਜਾਂ ਨਾ ਦੱਬਿਆ, ਅਸੀਂ ਅਜੇ ਜਿਹੜੇ ਨੌਜਵਾਨ ਆ ਨਾ, ਜੰਗ ਸਾਡੀ ਇੰਨੀ ਬੁੱਧੀ ਅਜੇ ਜਿਹੜਾ ਨਾ ਬੈਕਗਰਾਊਂਡ ਨੂੰ ਇੰਨੀ ਨਹੀਂ ਜਾਂਦੀ, ਜਿਹੜੀ ਇਹਨਾਂ ਦੀ ਜਿਹੜੀ ਮੱਤ ਮਲੀਨ ਕੰਮ ਜ਼ਿਆਦਾ ਕਰਦੀ ਹੈ ਨਾ, ਉਹ ਸਾਡੀ ਇੰਨੀ ਨਹੀਂ ਕਰਦੀ। ਇਹਨਾਂ ਨੂੰ ਪਤਾ ਸੀਗਾ ਕਿ ਦਿੱਲੀ ਨੂੰ ਲੈ ਕੇ ਜਾਣ ਵਾਲਾ ਕੌਣ ਆ। ਲੈ ਕੇ ਜਾਣ ਵਾਲਾ ਦੀਪ ਲੱਖਾ ਸਿਧਾਣਾ ਸੀਗੇ। ਜਨਰੇਸ਼ਨ ਨੂੰ, ਨੌਜਵਾਨਾਂ ਨੂੰ ਪ੍ਰੇਰ ਕੇ ਦਿੱਲੀ ਖੜਨ ਵਾਲੇ ਉਹ ਸੀਗੇ। ਇਹਨਾਂ ਬੁੱਢਿਆਂ ਨੂੰ, ਢਿੱਲੀਆਂ ਪੱਗਾਂ ਵਾਲਿਆਂ ਨੂੰ ਪੁੱਛਿਆ ਜਾਵੇ, ਦਲਾਲ ਨੂੰ, ਕੌਮ ਦੇ ਦਲਾਲਾਂ ਨੂੰ, ਕਿ ਇਹਨਾਂ ਦੇ ਪਿੱਛੇ ਕੌਣ ਸੀਗਾ। ਉਹਨਾਂ ਦੇ ਪਿੱਛੇ ਜਿੰਨੀ ਸੰਗਤ ਗਈ, ਜਿੰਨਾ ਨੌਜਵਾਨ ਗਿਆ ਨਾ, ਉਹ ਉਹਨਾਂ ਦੋਵਾਂ ਮੁੰਡਿਆਂ ਦੇ ਮੂੰਹ ਨੂੰ ਗਿਆ ਸੀਗਾ। ਅਤੇ ਜਦੋਂ ਉਹ ਪਤਾ ਲੱਗ ਗਿਆ ਸੀ ਨਾ ਇਹਨਾਂ ਨੂੰ ਵੀ ਇਹ ਦੀਪ ਦੇ ਪਿੱਛੇ ਜਾਂ ਲੱਖੇ ਦੇ ਪਿੱਛੇ ਇੰਨੀ ਸੰਗਤ ਔਰ ਇੰਨਾ ਨੌਜਵਾਨ ਮੋਢੇ ਨਾਲ ਮੋਢਾ ਜੋੜ ਕੇ ਤੁਰ ਪਿਆ, ਨੌਜਵਾਨਾਂ ਨੂੰ ਲੀਡਰ ਮਿਲ ਗਿਆ, ਇੱਕ ਬਹੁਤ ਚੰਗਾ ਕੌਮ ਦਾ ਲੀਡਰ ਮਿਲ ਗਿਆ। ਅਤੇ ਇਹ ਢਿੱਲੀਆਂ ਪੱਗਾਂ ਵਾਲਿਆਂ ਨੂੰ ਆਪਣੀ ਬਹੁਤ ਜਿੱਦਾਂ ਦੀ ਇਹਨਾਂ ਦੀ ਮਾੜੀ ਸੋਚ, ਉਹ ਇਹਨਾਂ ਦੇ ਅੰਦਰੋਂ ਨਹੀਂ ਕਦੀ ਜਾ ਸਕਦੀ। ਇਹਨਾਂ ਨੇ ਉੱਥੇ ਵੀ ਉਹਨੂੰ ਬਦਨਾਮ ਕਰਕੇ ਉਹਦੇ 'ਤੇ ਵਾਰ-ਵਾਰ ਟਿੱਪਣੀਆਂ ਲਾ ਕੇ, ਤੂਹਮਤਾਂ ਲਾ ਕੇ, ਗੱਦਾਰ ਜੇ ਬੋ ਕਰਕੇ ਇਹਨਾਂ ਨੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਦੀਪ ਮੋਟਰਸਾਈਕਲ ਲੈ ਕੇ ਲਾਲ ਕਿਲ੍ਹੇ 'ਤੇ ਝੰਡਾ ਲਾ ਕੇ ਗਿਆ, ਬਾਬੇ ਬਘੇਲ ਸਿੰਘ ਨੇ ਲਾਲ ਕਿਲ੍ਹੇ 'ਤੇ ਝੰਡਾ ਚੜ੍ਹਾਇਆ ਸੀ। ਉਸ ਤੋਂ ਬਾਅਦ 'ਚ ਜਗਦੀ ਜ਼ਮੀਰ ਵਾਲਾ ਸਾਡਾ ਵੀਰ ਦੀਪ ਲਾਲ ਕਿਲ੍ਹੇ 'ਤੇ ਝੰਡਾ ਲਾ ਗਿਆ, ਜਿਹਨੂੰ ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ। ਅਤੇ ਉਹ ਝੰਡਾ ਕੋਈ ਖਾਲਿਸਤਾਨ ਦਾ ਨਹੀਂ ਸੀ ਲਾ ਕੇ ਗਿਆ, ਤੁਹਾਡੀ ਸਿੱਖ ਕੌਮ ਦਾ ਝੰਡਾ, ਕੇਸਰੀ ਝੰਡਾ ਚੜਾ ਕੇ ਗਿਆ ਸੀ। ਪਰ ਤੁਸੀਂ ਬੇਸਟੈਂਡ ਵਾਲੇ ਲੋਕ ਸੀ ਜਿਨ੍ਹਾਂ ਨੇ ਉਦੋਂ ਸਟੈਂਡ ਨਹੀਂ ਲਿਆ ਢਿੱਲੀਆਂ ਪੱਗਾਂ ਵਾਲਿਆਂ ਨੇ। ਜੇ ਕਿਤੇ ਢਿੱਲੀਆਂ ਪੱਗਾਂ ਵਾਲੇ ਸਟੈਂਡ ਲੈ ਜਾਂਦੇ, ਆਹ ਜਿਹੜੇ ਬੁੱਢਿਆਂ ਨੇ ਦਾਗ ਲਾਏ ਸੀ ਉਹਦੇ 'ਤੇ, ਇਹ ਸ਼ਬਦ ਕਹਿੰਦਿਆਂ ਦੁੱਖ ਲੱਗਦਾ, ਅਤੇ ਅੱਜ ਉਹ ਸਾਡਾ ਨੌਜਵਾਨ ਸਾਡੇ 'ਚੋਂ ਨਾ ਵਿਛੜਦਾ। ਉਹ ਲਾਲ ਕਿਲ੍ਹੇ 'ਤੇ ਝੰਡਾ ਉਹ ਨੌਜਵਾਨ ਦੀ ਜ਼ਰੂਰਤ ਸੀ ਜਿਹੜਾ ਚਲਾ ਗਿਆ। ਇਹਨਾਂ ਦੀ ਵੱਸ ਦੀ ਗੱਲ ਨਹੀਂ ਸੀ, ਜਿਹੜੇ ਜਾ ਕੇ ਉੱਥੇ ਗੁਪਤ ਮੀਟਿੰਗਾਂ ਕਰਦੇ ਸੀ ਨਾ, ਉਹ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਕੀ ਟਿੱਪਣੀ ਉਹਦੇ 'ਤੇ ਨਹੀਂ ਇਹਨਾਂ ਨੇ ਕੀਤੀ। ਉਹ ਪਰ ਹੀਰਾ ਜਿਹੜਾ ਨਾ, ਜਿਉਂ-ਜਿਉਂ ਹੀਰੇ ਨੂੰ ਤਰਾਸ਼ੀਏ ਤਿਉਂ-ਤਿਉਂ ਹੀਰਾ ਨਿਖਰਦਾ। ਹੁਣ ਅਖੀਰ 'ਚ ਉਹਨਾਂ ਨੂੰ ਪਤਾ ਲੱਗ ਚੁੱਕਾ ਸੀ ਕਿ ਵੀ ਉਹ ਐਸਾ ਹੀਰਾ, ਇੱਕ ਕੌਮ ਦਾ ਹੀਰਾ ਨਿਖਰ ਚੁੱਕਾ, ਜਿਹੜਾ ਦੱਬਣ ਵਾਲਾ ਨਹੀਂ, ਔਰ ਹਰ ਗੱਲ ਦਾ ਜਵਾਬ ਤਰਕ ਨਾਲ ਦੇਣ ਵਾਲਾ ਸੀ। ਪੜ੍ਹਿਆ ਲਿਖਿਆ ਨੌਜਵਾਨ ਸੀ, ਖਰੀਦਿਆ ਨਹੀਂ ਸੀ ਜਾ ਸਕਦਾ। ਇਹ ਲੋਕ ਤਾਂ ਵੋਟਾਂ ਪਿੱਛੇ ਖਰੀਦੇ ਜਾਂਦੇ ਆ, ਕੋਈ ਇਹਨਾਂ ਨੂੰ ਮਾੜਾ ਮੋਟਾ ਕੋਈ ਕਹਿ ਦੇਵੇ ਅਤੇ ਇਹ ਡਿੱਗ ਪੈਂਦੇ ਆ। ਬਾਦਲ ਤੋਂ ਲੈ ਕੇ ਜਿੰਨੇ ਵੀ ਆ, ਇਹ ਜਿੰਨੇ ਵੀ ਉੱਥੇ ਬੈਠੇ ਸੀਗੇ, ਸਾਰੇ ਨਹੀਂ ਪਰ ਕੁਛ ਗਿਣਤੀ ਦੇ, ਉਹ ਖਰੀਦਿਆ ਜਾਣ ਵਾਲਾ ਨਹੀਂ ਸੀਗਾ। ਉਹ ਖਰੀਦਣ ਵਾਲਾ ਸੀ, ਪਰ ਉਹ ਖਰੀਦਿਆ ਜਾਣ ਵਾਲਾ, ਅਤੇ ਨਾ ਉਹ ਕਿਸੇ ਨੂੰ ਖਰੀਦਦਾ ਹੀ ਸੀ। ਉਹ ਜ਼ੁਬਾਨ ਦੇ ਪਿਆਰ ਨਾਲ ਉਹਨਾਂ ਨੇ ਖਰੀਦਿਆ ਸੀ ਲੋਕਾਂ ਨੂੰ, ਸੰਗਤ ਨੂੰ, ਨੌਜਵਾਨਾਂ ਨੂੰ ਪ੍ਰੇਰਿਆ ਸੀ, ਅਤੇ ਨੌਜਵਾਨਾਂ ਨੂੰ ਮਾਣ ਸੀਗਾ ਉਹਨਾਂ 'ਤੇ। ਕਿਹੜਾ ਨੌਜਵਾਨ ਗਾੜੀ ਕੁਰਬਾਨੀ ਦਊਗਾ। ਪਹਿਲਾਂ ਤੁਸੀਂ ਕੁਛ ਚਕਾ ਕੇ ਘਰੋਂ ਮਰ ਗਏ, ਉਹ ਮਰਵਾ ਤੇ ਸਮੇਕ ਸੈਣੀ ਵਰਗਿਆਂ ਨੂੰ ਲਾ ਕੇ ਇਹਨਾਂ ਢਿੱਲੀਆਂ ਪੱਗਾਂ ਵਾਲਿਆਂ ਨੇ। ਉਦੋਂ ਬਾਅਦ 'ਚ ਕੁਛ ਕੁ ਸੰਤ ਸਮਾਜ ਨੇ ਰਹਿੰਦੇ ਖੁੰਦੇ ਖਾ ਲਏ। ਸਾਰੇ ਨਹੀਂ, ਪੂਰੇ ਸੰਤ ਦੀ ਗੱਲ ਨਹੀਂ ਕਰਦਾ, ਜਿਹੜਾ ਡੁਪਲੀਕੇਟ ਤੁਰੇ ਫਿਰਦੇ ਆ, ਸਰਸੇ ਵਰਗੇ, ਬਾਕੀ ਜਿਹੜੇ ਕੁਛ ਕੁ ਸਾਡੇ ਵੀ ਵੱਡੇ ਰੂਪੀਏ ਰਲ ਗਏ ਆ। ਸਾਡੀ ਬਦਕਿਸਮਤੀ ਪਤਾ ਕੀ ਆ, ਜਦੋਂ ਸਾਡੇ ਵਿੱਚ ਗੱਦਾਰ ਰਲਦਾ ਨਾ, ਤਾਂ ਸਾਡਾ ਹੌਸਲਾ, ਉਹ ਗੱਦਾਰ ਜਿਹੜਾ ਇਹਨਾਂ ਦਾ ਹੁੰਦਾ ਨਾ, ਉਹ ਹੌਸਲਾ ਤੋੜਦਾ ਨੌਜਵਾਨਾਂ ਦਾ। ਉਦੋਂ ਫਿਰ ਸਾਨੂੰ ਜਾਣੀ ਕਿ ਇੱਦਾਂ ਦਾ ਹੋ ਜਾਂਦਾ ਵੀ ਦੀਪ ਦਾ ਇੱਦਾਂ ਦਾ ਮਸਲਾ ਬਣ ਗਿਆ ਸੀ ਵੀ ਹੁਣ ਦੀਪ ਦੀਆਂ ਜਿਹੜੀਆਂ ਪਹਿਲਾਂ ਸਨੀ ਦਿਓਲ ਨਾਲ ਉਹਦਾ ਇਲੈਕਸ਼ਨ ਲੜਨ ਦਾ ਕਾਰਨ ਸੀਗਾ, ਉਹਨੂੰ ਸਾਰੇ ਨੂੰ ਡੂੰਘਾਈ 'ਚ ਦੇਖਿਆ ਜਾਵੇ। ਉੱਥੇ ਕਿਸੇ ਨੇ ਜਦੋਂ ਮੀਟਿੰਗ ਹੋਈ ਆ ਗੁਰਦਾਸਪੁਰ, ਉਹਨੂੰ ਗੁਪਤ ਗੱਲ ਕੋਈ ਕਈ ਮਹਾਂਪੁਰਸ਼ ਸੀ ਭਿੰਡਰਾਂ ਵਾਲਿਆਂ ਬਾਰੇ, ਤਾਂ ਉਹ ਕਹਿੰਦੇ ਹੱਥੀਂ ਪੈ ਗਿਆ ਸੀ। ਉੱਥੋਂ ਉਹਨੇ ਆ ਕੇ ਬਾਬੇ ਬਖਸ਼ੀਸ਼ ਨਾਲ ਗੱਲ ਕੀਤੀ ਵੀ ਇਹਨਾਂ ਲੋਕਾਂ ਨੂੰ ਪੰਜਾਬ 'ਚ ਨਹੀਂ ਵੜਨ ਦੇਣਾ ਚਾਹੀਦਾ, ਇਹਨਾਂ ਦੀ ਰਾਜਨੀਤੀ ਪੰਜਾਬ ਵਾਸਤੇ ਬਿਲਕੁਲ ਠੀਕ ਨਹੀਂ ਹੈਗੀ।
ਉਹਦੇ ਅੰਦਰ ਕਿੰਨਾ ਦਰਦ ਸੀ। ਔਰ ਅੱਜ ਤੱਕ ਸਾਡੀ 40 ਸਾਲ ਦੀ ਉਮਰ ਹੋ ਚੱਲੀ, 40 ਸਾਲਾਂ ਦੀ ਉਮਰ ਦੇ ਵਿੱਚ ਅਸੀਂ ਕੋਈ ਇੱਦਾਂ ਦਾ ਅੱਜ ਤੱਕ ਕਿਹੜਾ ਹੀਰੋ ਨਹੀਂ ਮਰਦਾ, ਕਿਹੜਾ ਪੰਜਾਬੀ ਨਹੀਂ ਮਰਦਾ, ਕਿਹੜੇ ਨਹੀਂ ਮਰੇ, ਕਿਹਨਾਂ ਨੇ ਨਹੀਂ ਮਰਨਾ। ਅਸੀਂ ਕੌਮ ਰੋਂਦੀ ਨਹੀਂ ਵੇਖੀ। ਕੌਮ ਰੋਈ ਸੀ ਜਾਂ ਜਦੋਂ ਬਾਪੂ ਭਿੰਡਰਾਂਵਾਲਾ ਗਿਆ ਸੀ, ਤੇ ਜਾਂ ਕੌਮ ਹੁਣ ਰੋਈ ਸੀ ਅੱਜ ਜਦੋਂ ਹੁਣ ਗਿਆ। ਇੱਕ ਇੱਕ ਹੰਝੂ ਚਾਰੇ ਧਰਮਾਂ ਦੇ ਲੋਕਾਂ ਨੇ ਸੁੱਟਿਆ, ਪਰ ਗੱਦਾਰਾਂ ਨੇ ਨਹੀਂ। ਗੱਦਾਰਾਂ ਨੇ ਤਾਂ ਖੁਸ਼ੀਆਂ ਮਨਾਉਣੀਆਂ। ਹੁਣ ਜਿਹੜੀ ਗੱਲ ਕੋਈ ਕਹਿ ਦਿੰਦਾ ਵੀ ਉਹ ਮਹਿਲਾ ਮਿੱਤਰ ਸੀਗੀ, ਉਹ ਇੱਦਾਂ ਬੈਠੀ ਸੀ, ਉੱਦਾਂ ਬੈਠੀ। ਬਾਬਾ ਬਖਸ਼ੀਸ਼ ਸਿੰਘ ਨੇ ਕਿਹਾ ਸੀ ਵੀ ਉਹ ਮਹਿਲਾ ਮਿੱਤਰ, ਜੇ ਉਸ ਟਾਈਮ 'ਚ ਉਹਨੇ ਉਹਦਾ ਸਾਥ ਦਿੱਤਾ ਜਦੋਂ ਬਿਲਕੁਲ ਮਾੜਾ ਟਾਈਮ ਸੀ, ਜਦੋਂ ਦੀਪ ਨੂੰ ਕੋਈ ਕਮਰਾ ਨਹੀਂ ਸੀ ਦਿੰਦਾ, ਕਮਰਾ ਮੋਹਾਲੀ 'ਚ ਕਮਰਾ ਲੱਭਦਾ ਰਿਹਾ ਕਿਰਾਏ 'ਤੇ, ਕਿਸੇ ਨੇ ਘਰ ਨਹੀਂ ਦਿੱਤਾ ਕਿਰਾਏ 'ਤੇ, ਉਦੋਂ ਉਹਨੇ ਸਾਥ ਦਿੱਤਾ। ਉਹ ਯਾਰ ਬਾਹਰ ਦੀ ਅਮਰੀਕਾ ਦੀ ਬੌਨ ਆ, ਉਹ ਪੜ੍ਹੀ ਲਿਖੀ ਪਲੀ ਉੱਥੇ ਆ। ਮੈਂ ਇਹ ਲੋਕ ਇਹਨਾਂ ਦੇ ਨਿਆਣੇ ਜਿਹੜੇ ਇੱਧਰ ਦੇ ਆ ਨਾ, ਇਹਨਾਂ 'ਚ ਐਡੀਆਂ ਚੁਸਤ ਚਲਾਕੀਆਂ ਹੈ ਨਹੀਂ ਜਿੱਦਾਂ ਸਾਡੇ ਆ ਇੰਡੀਆ ਦੇ ਲੋਕਾਂ ਦੇ ਦਿਮਾਗ 'ਚ। ਉਹਨੂੰ ਕਿੱਦਾਂ ਕੈਚ ਕੀਤਾ ਇਹਨਾਂ ਨੇ। ਉਹ ਖਰੇ ਦੀਪ ਨੂੰ ਮਿਲੀ ਵੀ ਆ ਜਾਂ ਕਿੱਦਾਂ ਮਿਲੀ ਵੀ ਜੇ ਹੋਊਗੀ, ਤੇ ਉਹ ਦੀਪ ਕੋਲੋਂ ਕਿੱਦਾਂ ਵਿਛੋੜੀ ਗਈ, ਜਾਂ ਜਿਹੜੀ ਇੰਨਾ ਦੀਪ ਦੇ ਨਾਲ ਖੜਨ ਵਾਲੀ ਕੁੜੀ ਉਹ ਅੰਤਮ ਸੰਸਕਾਰ 'ਤੇ ਵੀ ਨਹੀਂ ਆਈ। ਹੁਣ ਇਹਨਾਂ ਨੇ ਉਹਨੂੰ, ਪਿੱਛੇ ਨਿਊਜ਼ ਆਉਣ ਡਈ ਸੀ ਕਿ ਉਹਨੂੰ ਬੰਬੇ ਭੇਜ ਦਿੱਤਾ। ਯਾਰ ਇਹਨਾਂ ਨੇ ਉਹਨੂੰ ਮਾਰ ਕੇ ਨਾ, ਉਹਨੂੰ ਇਹਨਾਂ ਨੇ ਛੱਡਣਾ ਨਹੀਂ ਹੈਗਾ, ਉਹਨੂੰ ਵੀ ਇਹਨਾਂ ਨੇ ਮਾਰ ਕੇ ਤੇ ਇਹਨਾਂ ਨੇ ਕਹਿਣਾ ਵੀ ਇਹ ਸਿੱਖ ਕੌਮ ਦੇ ਬੰਦਿਆਂ ਨੇ ਬਦਲਾ ਲਿਆ ਦੀਪ ਦਾ। ਫਿਰ ਅਸੀਂ ਹੁਣ ਰੋਜ਼ ਇੱਕ ਗੱਲ ਕਰਦੇ ਹਾਂ, ਭਾਈ ਇਹਦੀ ਡੂੰਘਾਈ 'ਚ ਇਨਕੁਆਰੀ ਹੋਵੇ, ਇਹਦੀ ਡੂੰਘਾਈ 'ਚ ਜਾਂਚ ਹੋਣੀ ਚਾਹੀਦੀ ਆ। ਮੰਨ ਲਓ ਡੂੰਘਾਈ 'ਚ ਜਾਂਚ ਹੁੰਦੀ ਆ, ਤੁਸੀਂ ਡੂੰਘਾਈ 'ਚ ਜਾਂਚ ਕਰ ਲਈ, ਤੇ ਨਿਆਂ ਕਿਹਦੇ ਕੋਲ ਲੈਣਾ? ਨਿਆਂ ਦੇਣ ਵਾਲਾ, ਪੰਜਾਬੀਆਂ ਨੂੰ ਨਿਆਂ ਦੇਣ ਵਾਲਾ ਕੌਣ ਆ? ਸਾਡੇ ਗੁਰੂ ਤੋਂ ਬਿਨਾਂ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਾਨੂੰ ਨਿਆਂ ਕੌਣ ਦਊਗਾ? ਗੁਰੂ ਗ੍ਰੰਥ ਸਾਹਿਬ ਦੀ ਖੋਜ ਡੂੰਘਾਈ 'ਚ ਕਰ ਲਈ, CBI ਦੀ ਜਾਂਚ ਕਰਾਤੀ, ਸਾਰਾ ਕੁਝ ਪਤਾ ਲੱਗ ਗਿਆ, ਤੇ ਪੈਣਾ ਕਿੱਧਰ ਨੂੰ ਗਈਆਂ? ਤੇ ਫਿਰ ਮਿਲਿਆ ਕੀ? ਉਹਦਾ ਨਿਆਂ ਕੀ ਮਿਲਿਆ? ਟਾਈਮ ਵੀ ਖਰਾਬ ਹੋਇਆ, ਸਭ ਕੁਝ ਹੋਇਆ, ਕੌਮ ਦੇ ਅੱਖਾਂ 'ਚ ਘੱਟਾ ਪਾ ਗਿਆ, ਸਭ ਕੁਝ ਪੈ ਗਿਆ, ਪੈਣਾ ਕਿੱਧਰ ਨੂੰ ਗਈਆਂ? ਤੇ ਉਹਦਾ ਨਿਆਂ ਕੀ? ਕੁਛ ਵੀ ਨਹੀਂ। ਹੁਣ ਦੀਪ ਦੀ ਜਾਂਚ ਵੀ ਡੂੰਘਾਈ 'ਚ ਕਰਾ ਲਓ। ਸਾਡਾ ਬਾਬਾ ਬੋੜ, ਅਕਾਲੀ ਦਲ ਦਾ ਮੋਹਰੀ, ਠੀਕ ਆ, ਉਹ ਕਹਿ ਰਿਹਾ ਕਿ ਉਹਦੇ ਮੱਥੇ 'ਚ ਇੱਕ ਉਂਗਲ ਜਿੱਡਾ ਸਰਾਖ ਆ। ਟਰੱਕ 'ਚ ਤਾਂ ਸਰੀਆ ਵੀ ਨਹੀਂ ਸੀ ਹੈਗਾ, ਤਾਂ ਸਰਾਖ ਕਿੱਥੋਂ ਪੈ ਗਿਆ? ਗੱਡੀ 'ਚ ਸਰੀਏ ਜਿਹੜੇ ਉਹਦੇ ਵਿੱਚ ਮੱਥੇ 'ਚ ਵੜ ਗਏ। ਜਾਂਚ ਵੀ ਹੋ ਜੇ, ਗੋਲੀ ਵੱਜੀ ਉਹ ਕਹਿੰਦਾ, ਠੀਕ ਆ। ਸਾਡਾ ਬਾਪੂ ਕਹਿੰਦਾ ਵੀ ਗੋਲੀ ਵੱਜੀ ਆ ਉਹਦੇ, ਤੇ ਉਹ ਜੇ ਜਾਂਚ ਵੀ ਹੋ ਜੂਗੀ, ਸਭ ਕੁਝ ਹੋ ਜੂਗੀ, ਤੇ ਫਿਰ ਅਸੀਂ ਨਿਆਂ ਕਿਹਦੇ ਕੋਲ ਲੈਣਾ? ਕੋਈ ਬੰਦਾ ਗਰੀਬ ਗਲਤੀ ਕਰ ਦਿੰਦਾ, ਉਹਨੂੰ ਫਾਂਸੀ ਟੰਗ ਦਿਓ, ਉਹਨੂੰ ਦੇਸ਼ ਨਿਕਾਲਾ ਦੇ ਦਿਓ, ਉਹਨੂੰ ਸਭ ਕੁਝ ਦੇ ਦਿਓ। ਸਾਡੀ ਬਦਕਿਸਮਤੀ ਇਹ ਵੀ ਸਾਡੀ 10 ਗੁਰੂਆਂ ਦੀ ਧਰਤੀ ਸੀਗੀ, ਪਰ ਇੰਨੇ ਸ਼ਹੀਦ, ਇੰਨੇ ਯੋਧੇ ਸਾਡੀ ਕੌਮ 'ਚ ਹੋਏ, ਸਾਰੀਆਂ ਕੁਰਬਾਨੀਆਂ ਸਾਡੀ ਕੌਮ ਦੇ ਲੇਖੇ ਲੱਗੀਆਂ, ਪਰ ਇਹ ਗੱਦਾਰਾਂ ਨੇ ਨਾ ਇੱਦਾਂ, ਕਈ ਵਾਰੀ ਇੱਦਾਂ ਆਪਣੇ ਆਪ ਨੂੰ ਫੀਲ ਹੁੰਦਾ ਕਿ ਅਸੀਂ ਉਸ ਦੇਸ਼ ਦੇ ਵਸਨੀਕ ਹਾਂ, ਉਸ ਦੇਸ਼ ਦੇ ਜੰਮੇ ਪਲੇ ਹਾਂ ਜਿੱਥੇ ਕਾਨੂੰਨ ਹੀ ਕੋਈ ਨਹੀਂ, ਜਿੱਥੇ ਹੱਕ ਹੀ ਕੋਈ ਨਹੀਂ ਗਾ। ਯਾਰ ਗੁੰਡਾਗਰਦੀ ਅਸੀਂ ਸਮਝਦੇ ਸੀ ਹੋਰ ਕੰਟਰੀਆਂ 'ਚ ਹੁੰਦੀ, ਮਾਫੀਆ ਕਹਿੰਦੇ ਸੀ, ਇਟਾਲੀਆ ਦਾ ਮਾਫੀਆ ਕਹਿੰਦੇ, ਹੋਰ ਕਿਤੇ ਕਈਆਂ ਕੰਟਰੀਆਂ 'ਚ ਮਾਫੀਆ ਚੱਲਦਾ, ਪਰ ਜਿੱਡਾ ਮਾਫੀਆ ਇਹਨਾਂ ਨੇ ਢਿੱਲੀਆਂ ਪੱਗਾਂ ਵਾਲਿਆਂ ਨੇ ਪੰਜਾਬ 'ਚ ਚਲਾਇਆ ਨਾ, ਪੰਜਾਬ ਜਿੱਡਾ ਮਾਫੀਆ ਯਾਰ ਵਰਲਡ 'ਚ ਨਹੀਂ ਰਹਿ ਗਿਆ। ਮਾਫੀਆ ਪੰਜਾਬ 'ਚ ਜਿੱਡਾ ਨਾ ਐਡਾ ਕਿਤੇ ਨਹੀਂ ਰਹਿ ਗਿਆ। ਇਹ ਨੌਜਵਾਨਾਂ ਨੂੰ ਖਾਣ ਵਾਲਾ ਮਾਫੀਆ। ਪਹਿਲਾਂ ਇਹਨਾਂ ਨੇ ਕੁਛ ਕੁ ਸਿੰਘਾਂ ਵਾਲੇ ਖਾ ਲਏ ਮੋਰਚੇ, ਉਹ ਬਣਾ ਕੇ ਮੁਕਾਬਲੇ ਖਾ ਲਿਆ, ਸਾਰਾ ਪੰਜਾਬ ਖਾਲੀ ਕਰਤਾ। ਫੇਰ ਪੰਜਾਬ ਨਹੀਂ ਮਰਿਆ, ਫੇਰ ਪੰਜਾਬ ਉੱਠ ਪਿਆ, ਫਿਰ ਇਹਨਾਂ ਨੇ ਡਰੱਗ 'ਚ ਖਾਲੀ ਕਰਤਾ। ਹੁਣ ਉਹ ਵੀ ਇਹਨਾਂ ਨੇ ਕੰਮ ਛੱਡਤਾ। ਹੁਣ ਐਕਸੀਡੈਂਟਾਂ ਵਾਲਾ ਰੁੱਖ ਫੜ ਲਿਆ ਵੀ ਜਿਹੜਾ ਇੱਦਾਂ ਨਹੀਂ ਮਰਦਾ ਉਹਨੂੰ ਇੱਦਾਂ ਮਾਰੋ। ਦੀਪ ਸਿੱਧੂ ਦੇ ਕਹਿੰਦੇ, ਕਈ ਬੰਦੇ, ਕਈ ਮੇਰੇ ਵੀਰ ਕਹਿੰਦੇ ਆ ਵੀ ਉਹਦੀ ਕਿਸੇ ਨੇ ਉਹ ਕੀਤੀ ਆ, ਉਹਦਾ ਰੈਕੀ ਕੀਤੀ ਆ। ਯਾਰ ਜਦੋਂ ਉਹਨੂੰ ਕੋਰਟ ਦੇ ਵਿੱਚੋਂ ਜ਼ਮਾਨਤ ਮਿਲੀ ਆ, ਉਹਦੀ ਪਹਿਲੀ ਸ਼ਰਤ ਜੱਜ ਨੇ, ਉਹਨਾਂ ਨੇ ਸਾਡੀ ਸਤਿਕਾਰਯੋਗ ਕੋਰਟ ਨੇ, ਅਦਾਲਤ ਨੇ ਇਹੋ ਹੀ ਰੱਖੀ ਵੀ ਤੂੰ ਲੋਕੇਸ਼ਨ ਨਹੀਂ ਆਫ ਕਰਨੀ, ਤੂੰ ਹਮੇਸ਼ਾ ਔਨ ਰੱਖਣੀ ਆ। ਹੋਰ ਇਹਨਾਂ ਨੂੰ ਰੈਕੀ ਕਿਸੇ ਨੇ ਕੀ ਕਰਨੀ ਹੈ, ਜਦੋਂ ਇੱਕ ਪਲ ਦੀ, ਮਿੰਟ ਦੀ ਖਬਰ ਉਹਦੀ ਉਹਨਾਂ ਦੇ ਕੋਲ ਸੀਗੀ, ਤੇ ਇਹਦੀ ਰੈਕੀ ਹੋਰ ਕਿੰਨੇ ਕਰਨੀ ਸੀ? ਐ ਮਿੱਥ ਕੇ ਸਾਰਾ ਕੁਝ ਕਰਕੇ, ਇੱਕ ਤੇ ਐਵੇਂ ਕੰਮ ਨਹੀਂ ਹੋਇਆ, ਸਾਰਾ ਕੁਝ ਮਿੱਥ ਕੇ ਵਿਚਾਰ ਕੇ ਹੋਇਆ। ਲਖੀਮਪੁਰ ਦੇ ਵਿੱਚ ਸਾਡੇ ਚਲੋ ਵੀਰ ਪੰਜਾਬੀ ਸਿੰਘ ਸ਼ਹੀਦ ਹੋਏ, ਚਲੋ ਅਸੀਂ ਸਾਰਿਆਂ ਨੇ ਸ਼ਰਧਾਂਜਲੀ ਦਿੱਤੀ, ਕੰਮ ਵੀ ਬਹੁਤ ਮਾੜਾ ਹੈ, ਦੁਖਦਾਈ ਘਟਨਾ ਹੋਈ, ਤੇ ਉਹ ਜਿਹਨੇ ਕੀਤੀ
ਉਹ ਫਿਰ ਬਾਹਰ ਤੁਰਿਆ ਫਿਰਦਾ ਇਲੈਕਸ਼ਨਾਂ ਲੜਨ ਰਿਹਾ। ਅਤੇ ਉਹ ਸਾਡੇ ਜਿਹੜੇ ਵੀਰ ਮਰ ਗਏ, ਜਿਹੜੇ ਸ਼ਹੀਦ ਹੋ ਗਏ, ਉਹਨਾਂ ਬਦਲੇ ਅਸੀਂ ਇਕੱਠ ਕਰ ਲਿਆ, ਲਖੀਮਪੁਰ 'ਚ ਵੱਡੇ ਟੈਂਟ ਲਾ ਲਏ, ਸਭ ਕੁਛ ਕਰ ਲਿਆ। ਆ ਢਿੱਲੀਆਂ ਪੱਗਾਂ ਵਾਲੇ ਬਾਦਲਾਂ ਦਾ ਪਰਿਵਾਰ, ਜਿਨ੍ਹਾਂ ਕੋਲ ਪੰਜਾਬ 'ਚ ਕੁਛ ਨਹੀਂ ਹੋਣ ਡਿਆ, ਉੱਥੇ ਜਾ ਕੇ ਉਹਨਾਂ ਨੂੰ ਸ਼ਰਧਾਂਜਲੀ ਦੇ ਕੇ ਆਏ, ਜ਼ਖਮਾਂ 'ਤੇ ਲੂਣ ਵੀ ਪਾ ਕੇ ਆਏ, ਹੰਝੂ ਵੀ ਪੂੰਝ ਕੇ ਆਏ। ਅਤੇ ਯਾਰ ਜਿਹੜੇ ਉੱਥੇ ਨੌਜਵਾਨ ਮੁੰਡੇ 5-6 ਚੁੱਕ ਕੇ ਜੇਲ੍ਹ 'ਚ ਦਿੱਤੇ ਆ, ਲੋੜਵੰਦ ਪਰਿਵਾਰਾਂ ਦੇ ਬੱਚੇ, ਉਹਨਾਂ ਬਦਲੇ ਕਿੰਨੇ ਧਰਨੇ ਲਾਉਣੇ ਆ ਅਤੇ ਕਿੰਨੇ ਸੁਣਨਾ? ਉਹਨਾਂ ਜੀਂਦਿਆਂ ਦੀ ਸਾਰ ਕਿੰਨੇ ਲੈਣੀ ਹੈ ਯਾਰ? ਮਰੇ 'ਤੇ ਅਸੀਂ ਬਰਸੀਆਂ ਮਨਾਉਂਦੇ ਹਾਂ, ਜੀਂਦੇ 'ਤੇ ਕੌਣ ਬੋਲੂ? ਜੀਂਦੇ ਨੂੰ ਅਸੀਂ ਕਿਸੇ ਨੂੰ, ਆਪਣੇ ਸਿੱਖ ਨੂੰ ਪਾਣੀ ਨਹੀਂ ਪੁੱਛਦੇ, ਉਹਨੂੰ ਜਿੰਨਾ ਦੱਬਿਆ ਉਹਨੂੰ ਹੋਰ ਦੱਬਦੇ ਹਾਂ। ਉਹ ਯਾਰ ਜੇ ਪਰਖ ਅਸੀਂ ਕਰਨੀ ਹੈ, ਅਸੀਂ ਕਿਸੇ ਨੂੰ ਪਰਖਣਾ, ਤਾਂ ਅਸੀਂ ਜੀਂਦੇ ਨੂੰ ਪਰਖੀਏ, ਜੀਂਦੇ ਨਾਲ ਖੜੇ ਹੋਈਏ, ਉਹਦੀਆਂ ਬੋਲ ਆਵਾਜ਼ ਨੂੰ, ਉਹਦੀ ਜੀਂਦੀ ਨੂੰ ਫੜੀਏ। ਪਰ ਚਲੋ ਕੁਛ ਪਰਮਾਤਮਾ ਨੇ ਲਿਖਿਆ ਹੀ ਇੱਦਾਂ ਹੁੰਦਾ ਵੀ ਜਿਹੜੇ ਹੀਰੇ ਹੁੰਦੇ ਚਮਕਦੇ ਹੀ ਕੁਰਬਾਨੀ ਦੇ ਕੇ ਆ। ਚਲੋ ਸ਼ਹੀਦੀ ਵੀ ਸਾਡੀ ਕੌਮ ਦੇ ਲੇਖੇ ਹੀ ਲੱਗੀ ਆ, ਜੁੱਤੀਆਂ ਤੱਕ ਪਾਲਿਸ਼ਾਂ ਸਾਡੀ ਕੌਮ ਨੇ ਉੱਥੇ ਕੀਤੀਆਂ ਅੰਦੋਲਨ 'ਚ ਬਹਿ ਕੇ, ਠੀਕ ਆ ਜੀ। ਸਾਰਾ ਕੁਛ ਅਸੀਂ ਕੀਤਾ। ਅਸੀਂ ਇੱਦਾਂ ਨਹੀਂ ਕਹਿ ਸਕਦੇ ਵੀ ਕੋਈ ਧਰਮ ਮਾੜਾ। ਜੇ ਉਸ ਟਾਈਮ ਉੱਥੋਂ ਸਾਡਾ ਮੁਲਾਇਮ ਸਿੰਘ ਭੱਜ ਗਿਆ ਸੀਗਾ, ਦਗਾ ਦੇ ਕੇ ਸਿੱਖ ਕੌਮ ਨੂੰ ਭੱਜ ਗਿਆ ਉਸ ਬਾਰਡਰ ਤੋਂ, ਉੱਥੇ ਜੇ ਡਕੈਟ ਨਾ ਖੜਾ ਹੁੰਦਾ ਤਾਂ ਕੋਈ ਬਾਰਡਰ ਨਹੀਂ ਸੀ ਰਹਿ ਜਾਣਾ, ਕੋਈ ਜਿੱਤ ਨਹੀਂ ਸੀ ਸਕਦੇ। ਅਤੇ ਦੀਪ ਤੋਂ ਬਿਨਾਂ ਲਾਲ ਕਿਲ੍ਹੇ 'ਤੇ ਕੋਈ ਝੰਡਾ ਨਹੀਂ ਚਲਾ ਸਕਦਾ। ਪਰ ਇਹਨਾਂ ਨੇ ਢਿੱਲੀਆਂ ਪੱਗਾਂ ਵਾਲਿਆਂ ਗੱਦਾਰਾਂ ਨੂੰ ਪਤਾ ਸੀ ਵੀ ਅਸੀਂ ਇਹ ਗੱਦਾਰੀ ਨਾ ਕੀਤੀ ਤੇ ਸਾਡੇ ਹੱਥ ਕੁਛ ਨਹੀਂ ਆਉਣਾ। ਤੇ ਹੁਣ ਵੀ ਮੇਰੀ ਸਾਰੀ ਕੌਮ ਨੂੰ ਅਪੀਲ ਆ, ਯਾਰ ਇਹ ਮਤ ਆਸ ਰੱਖੋ ਵੀ ਤੁਹਾਨੂੰ ਇਹ ਦੱਸਣਗੇ ਜਾਂ ਇਹ ਤੁਹਾਨੂੰ ਕਰਕੇ ਦੱਸਣ ਵੀ ਕੀ ਕਰਨਾ। ਯਾਰ ਤੁਹਾਡੇ ਵਿੱਚ ਸਿੱਖ ਕੌਮ ਦੇ ਵਿੱਚ ਐਸੇ ਜਰਨੈਲ, ਐਸੇ ਯੋਧੇ ਬੈਠੇ ਆ, ਜਿਹੜੇ ਬੈਠੇ ਹੀ ਦੱਸ ਦਿੰਦੇ ਆ ਵੀ ਆਹ ਕੰਮ ਕਿੱਦਾਂ ਹੋਇਆ, ਆਹ ਕੰਮ ਕਿੱਥੋਂ ਹੋਇਆ, ਆਹ ਕੰਮ ਕਦੋਂ ਹੋਇਆ। ਕੁਛ ਸਿੰਘ ਜਿਹੜੇ ਆ ਉਹ ਗੁਪਤ ਮੋਰਚੇ ਲੜ ਰਹੇ ਆ, ਸੰਘਰਸ਼ ਨਾਲ ਲੜ ਰਹੇ ਆ, ਕੁਛ ਬੋਲ ਕੇ ਲੜ ਰਹੇ ਆ। ਪਰ ਇੱਕ ਗੱਲ ਮੈਂ ਇਹਨਾਂ ਨੂੰ ਐਂਡ 'ਚ ਦੁਸ਼ਟਾਂ ਨੂੰ ਕਹਿ ਦਾਂ, ਇਹਨਾਂ ਨੂੰ ਇੱਕ ਗੱਲ ਦਾ ਧਿਆਨ ਕਰ ਲੈਣਾ ਚਾਹੀਦਾ। ਇੱਕ ਦੀਪ ਨੂੰ ਤੁਸੀਂ ਖਤਮ ਕੀਤਾ, ਇੰਨੀ ਜਾਗਰਤ ਪੰਜਾਬ 'ਚ ਆਈ ਹੈ ਨਾ, ਹਰ ਘਰ ਦੇ ਵਿੱਚ ਦੀਪ ਉੱਠ ਖਲੋਤਾ, ਇੱਕ ਦੀਪ, ਇੱਕ ਉਹਦੀ ਸੋਚ ਨੂੰ ਲੈ ਕੇ ਜਦ ਤੱਕ ਮੀਡੀਆ 'ਤੇ ਉਹਦਾ ਜਿੰਨਾ ਉਹ ਪ੍ਰਚਾਰ ਕਰ ਗਿਆ ਨਾ, ਉਹ 1 ਸਾਲ 1.5 ਸਾਲ 'ਚ ਜਿੰਨਾ ਉਹ ਦੇ ਗਿਆ ਕੌਮ ਨੂੰ, ਜਾਂ ਜੋ ਕੁਛ ਕੌਮ ਬਦਲੇ ਉਹ ਬੋਲ ਗਿਆ, ਤੁਸੀਂ 50 ਸਾਲ ਵੀ ਜ਼ੋਰ ਲਾ ਲਿਓ ਨਾ, ਅੱਜ ਤੱਕ ਮਹਾਂਪੁਰਸ਼ ਭਿੰਡਰਾਂ ਵਾਲਿਆਂ ਦੀ ਆਵਾਜ਼ ਦਬੀ ਆ ਤੇ ਨਾ ਦੀਪ ਦੀ ਰਹਿੰਦੀ ਦੁਨੀਆ ਤੱਕ ਦਬਣੀ ਆ। ਜਿਹੜੇ ਜੀਂਦੇ ਜੀ ਨਹੀਂ ਵਿਕੇ, ਉਹਨਾਂ ਦੀਆਂ ਤਸਵੀਰਾਂ ਵਿਕਦੀਆਂ, ਤੇ ਪਤਾ ਨਹੀਂ ਕਿੰਨੇ ਲੋਕ ਮਰਦੇ ਰੋਜ਼ ਤੇ ਕਿੰਨਿਆਂ ਨੇ ਮਰਨਾ। ਇਹ ਆਈ ਚਲਾਈ ਦਾ ਸੰਸਾਰ ਆ, ਆਉਣਾ ਜਾਣਾ ਬਣਿਆ ਸੰਸਾਰ 'ਤੇ। ਪਰ ਉਹ ਯੋਧਾ ਜਿਹੜੀ ਗਿਆ ਨਾ, ਉਹਦੀਆਂ ਤਸਵੀਰਾਂ ਵਿਕਣੀਆਂ। ਇਹ ਚੇਤੇ ਰੱਖਿਓ। ਇੰਗਲੈਂਡ, ਅਮਰੀਕਾ ਜਾਂ ਕਿਸੇ ਹੋਰ ਫੋਰਨ ਕੰਟਰੀਆਂ 'ਚ ਦੇਖ ਲਓ, ਟਰੱਕਾਂ ਦੇ ਉੱਤੇ ਵੱਡੇ ਪੋਸਟਰ, ਇੰਡੀਆ 'ਚ ਵੀ ਤੇ ਬਾਹਰ ਵੀ ਟਰੱਕਾਂ ਦੇ ਉੱਤੇ ਲੱਗਣ ਡੈ ਪਏ ਆ। ਤੁਸੀਂ ਦੀਪ ਦੇ ਨਾਂ ਤੋਂ ਵੀ ਖੌਫ ਖਾਇਆ ਕਰੋਗੇ, ਜਿੱਦਾਂ ਮਹਾਂਪੁਰਸ਼ਾਂ ਦੇ ਨਾਮ ਤੋਂ ਖੌਫ ਖਾਂਦੇ ਜੋ ਨਾ, ਆਉਣ ਵਾਲੇ ਟਾਈਮ 'ਚ ਤੁਸੀਂ ਦੀਪ ਦੇ ਨਾਂ ਤੋਂ ਵੀ ਤਬਕ ਕੇ ਉੱਠਿਆ ਕਰਨਾ। ਹਰ ਘਰ ਦੇ ਵਿੱਚ ਦੀਪ ਬਣ ਗਿਆ। ਤੇ ਸਿੱਖ ਕੌਮ ਨੂੰ ਬੇਨਤੀ ਕਰਨੀ ਚਾਹੁੰਦੇ, ਸਾਰੀ ਸਿੱਖ ਕੌਮ ਨੂੰ, ਭਈ ਆਪਾਂ ਇਹ ਬਾਬਿਆਂ, ਜਿਹੜੇ ਪੂਰੇ ਸੰਤ ਦੀ ਗੱਲ ਨਹੀਂ ਕਰਦਾ, ਜਿਹੜੇ ਡੁਪਲੀਕੇਟ ਆ, ਇਹਨਾਂ ਦਾ ਸਾਥ ਛੱਡੋ। ਹੁਣ ਤੁਸੀਂ ਇਹ ਦੇਖ ਲਓ ਵੀ ਇਹ ਕੀ ਪ੍ਰਚਾਰ ਕਰਨ ਡਿਆ, ਜਿੰਨਾ ਇਕੱਠੇ ਹੋ ਕੇ ਕਹਿਣ ਡੇ ਵੀ ਅਸੀਂ ਕਿਹਦੇ ਨਾਲ ਆ। ਜਾਂ ਉਹ ਵੇਖੋ, ਇੱਕ ਗਰੀਬ ਨੇ, ਕਿਸੇ ਨੇ ਕੋਈ ਕੇਸ ਕੀਤਾ ਹੋਏ ਨਾ, ਤੇ ਉਹਨੂੰ ਸਾਰੀ ਜ਼ਿੰਦਗੀ ਜੇਲ੍ਹ 'ਚੋਂ ਨਹੀਂ ਛੱਡਦੇ। ਚਲੋ ਆ ਸਾਡੇ ਇੰਨੇ ਸਤਿਕਾਰਵਾਨ ਜਗਤਾਰ ਸਿੰਘ ਹਵਾਰਾ, ਅਕਾਲ ਤਖਤ ਦੇ ਜਿਹੜੇ ਸਾਡੇ ਜਥੇਦਾਰ, ਸਾਰੀ ਕਿੰਨੇ ਸਾਲ ਜੇਲ੍ਹ 'ਚ ਲਾ ਲਏ ਆ। ਦੂਜੇ ਦੇਖ ਲਓ, ਸਾਰਿਆਂ ਦੇ ਕਿਹਦੇ ਮੈਂ ਨਾਂ ਲਵਾਂ, ਹੈ ਨਾ, ਭੁੱਲਰ ਵਰਗੇ ਦੇਖ ਲਓ, ਰਾਜੂਆਣੇ ਵਰਗੇ ਦੇਖ ਲਓ, ਹੋਰ ਵੀ ਕਿੰਨੇ ਕੁ, ਪਤਾ ਨਹੀਂ, ਅਸੀਂ ਤਾਂ ਨਾਮ ਨਹੀਂ ਜਾਣਦੇ ਸਾਡੇ ਕਿੰਨੇ ਕੁ ਸਿੰਘ ਅੰਦਰ ਨੇ। ਤੇ ਉਹ ਵੇਖੋ, ਇੱਕ ਸਰਸੇ ਵਾਲਾ, ਉਹ ਵੇਖ ਲਓ ਕਿੰਨੇ ਸਾਲ ਦੀ ਸਜ਼ਾ ਵਾ, ਤੇ ਪਰੌਲ ਤੇ ਫਿਰਨ ਡਿਆ। ਕਿੰਨਾ ਦਵਾਈ? ਢਿੱਲੀਆਂ ਪੱਗਾਂ ਵਾਲਿਆਂ ਨੇ। ਇਹ ਜਿਹਨੂੰ ਅਸੀਂ ਕਹਿੰਦੇ ਪੰਜਾਬ 'ਚ ਇਹਨਾਂ ਦਾ ਰਾਜ ਹੈ, ਇਹਨਾਂ ਨੇ ਪੰਜਾਬ ਨੂੰ ਕਹਿੰਦੇ ਪੰਜਾਬ ਨੂੰ ਬਦਲਣ ਡਏ ਆ। ਉਹ ਯਾਰ ਸ਼ਰਮ ਵਾਲੀ, ਨਾਥ ਵਾਲੀ ਗੱਲ ਆ। ਉਹ ਬਾਪੂ ਦਾ ਪਿੱਛੇ ਬਿਆਨ ਵੇਖੋ, ਉਹ ਕਹਿੰਦਾ ਮੈਂ ਹਾਰਦਾ ਨਹੀਂ, ਮੈਨੂੰ ਕੋਈ ਵੋਟ, ਆਪਣਾ ਬੰਦਾ ਕੋਈ ਵੋਟ ਨਹੀਂ ਦਿੰਦਾ। ਯਾਰ ਉਹਦਾ ਉਹ ਬਿਆਨ ਦਿਲ ਨੂੰ ਵਰੂੰਦਦਾ। ਤੇ ਸਾਨੂੰ ਸਾਰਿਆਂ ਨੂੰ ਐਤਕਾਂ, ਜੇ ਦੀਪ ਕਹਿ ਗਿਆ ਨਾ ਵੀ ਬਾਪੂ ਨੂੰ ਜਿਤਾਓ, ਤੇ ਸਾਨੂੰ ਉਹ ਬੱਬਰ ਸ਼ੇਰ ਨੂੰ ਆਪਣੇ ਨੂੰ ਜਿਤਾਉਣਾ ਚਾਹੀਦਾ। ਹਰ ਘਰ ਦੀ ਵੋਟ, ਹਰ ਨੌਜਵਾਨ ਆਪਣੀ ਜ਼ਿੰਮੇਵਾਰੀ ਸਮਝ ਕੇ
ਉਹਨੂੰ ਵੋਟ ਪਾਵੇ ਤੇ ਭਾਈ ਉਹ ਜਿੱਤ ਕੇ ਤੇ ਹੋ ਸਕਦਾ ਉਹ ਬਾਪੂ ਜਿੱਤ ਜਾਵੇ ਤੇ ਬਾਪੂ ਆਉਣ ਵਾਲੇ ਟਾਈਮ ਦੇ ਵਿੱਚ ਦੀਪ ਦਾ ਵੀ ਹੱਕ ਲੈ ਸਕੇ ਇਹਨਾਂ ਦੀ ਧੌਣ ਤੇ ਗੋਡਾ ਰੱਖ ਕੇ। ਮੋਦੀ ਵਰਗੇ ਵੀ ਕੰਬਦੇ ਆ ਤੇ ਆ ਬਾਦਲ ਵਰਗੇ ਵੀ ਢਿੱਲੀਆਂ ਪੱਗਾਂ ਉਹਦੇ ਗਾੜੀ ਥਰ-ਥਰ ਕੰਬਦੀਆਂ, ਪਰ ਸਾਡੀ ਬਦਕਿਸਮਤੀ ਵੀ ਅਸੀਂ ਉਹ ਗੱਲ ਨੂੰ ਸਮਝਦੇ ਨਹੀਂ, ਉਹ ਯੋਧੇ ਨੂੰ ਵੀ ਅਸੀਂ ਸਮਝਣ ਨਹੀਂ ਡਏ। ਸਿਮਰਨਜੀਤ ਸਿੰਘ ਮਾਨ ਨਾਂ ਬੜਾ ਵੱਡਾ, ਕਿੱਡਾ ਵੱਡਾ ਅਹੁਦਾ ਸੀ, 20 ਆਪਣੇ ਹੱਥਾਂ ਦੇ ਖਿਚਾਈ ਬੈਠਾ, ਦਾੜੀ ਆਪਣੀ ਕੌਮ ਬਦਲੇ ਉਹ ਪਟਾਈ ਬੈਠਾ, ਫਿਰ ਡਿੱਗ ਕੇ ਕੌਮ ਬਦਲੇ ਖੜਾ ਹੋ ਜਾਂਦਾ ਤੇ ਕੌਮ ਕੁਛ ਨਹੀਂ ਸਮਝਦੀ। ਦੀਪ ਦੀ ਕੁਰਬਾਨੀ ਨੂੰ ਹੱਥ ਬੰਨ੍ਹ ਕੇ ਅਪੀਲ ਆ ਸਾਰਿਆਂ ਗਾੜੀ ਬੇਨਤੀ ਆ ਵੀ ਦੀਪ ਦੀ ਕੁਰਬਾਨੀ ਨੂੰ ਹੁਣ ਸਾਡੇ ਬਾਬੇ ਨੂੰ ਸੁਰਖੜੀਆਂ 'ਚ ਲੈ ਆਓ, ਆਪੋ ਆਪਣੀਆਂ ਜ਼ਿੰਮੇਵਾਰੀਆਂ ਸਮਝ ਕੇ। ਉਸ ਜਿਹੜੇ ਨੌਜਵਾਨ ਨੇ ਸਾਡੇ ਲਈ ਆਪਣੇ ਰਾਜ ਭਾਗ ਤਿਆਗ ਕੇ ਸਭ ਕੁਝ ਛੱਡ ਕੇ ਠੋਕਰ ਮਾਰ ਕੇ ਇੰਨਾ ਦਰੜ ਪ੍ਰਚਾਰ ਕੀਤਾ, ਉਹਨੂੰ ਅਸਲੀ ਸ਼ਹਾਦਗੀ ਮਿਲ ਸਕੇ, ਉਹਦੀ ਰੂਹ ਨੂੰ ਖੁਸ਼ੀ ਮਿਲ ਸਕੇ। ਉਹ ਸੱਚਖੰਡ 'ਚ ਬੈਠਾ ਵੀ ਸਾਨੂੰ ਦੇਖੇ ਵੀ ਮੇਰੇ ਜਿਹੜੇ ਪੂਰਨੇ ਪਾਏ ਸੀ, ਜਿਹੜੀ ਮੈਂ ਗੱਲ ਕਹੀ ਸੀ ਨਾ, ਇਹਨਾਂ ਨੌਜਵਾਨਾਂ ਨੇ ਉੱਤੇ ਫੁੱਲ ਚੜਾਏ ਆ। ਤੇ ਅਖੀਰ 'ਚ ਮੇਰੀ ਬੇਨਤੀ ਇਹ ਹੋਇਆ ਵੀ ਅਸੀਂ ਜਗਦੀ ਜੋਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਲਾਸ਼ਾਂ ਕਦੀ ਮੋਢੇ ਨਹੀਂ ਦਿੰਦੀਆਂ, ਮੋਢੇ ਲਾਸ਼ਾਂ ਨੂੰ ਦਿੱਤੇ ਜਾਂਦੇ ਆ। ਇਸ ਕਰਕੇ ਸਾਰਿਆਂ ਗਾੜੀ ਅਪੀਲ ਆ ਵੀ ਭਾਈ ਆਪੋ ਆਪਣੀ ਜ਼ਿੰਮੇਵਾਰੀ ਸਮਝ ਕੇ ਆਪੋ ਆਪਣਾ ਫਰਜ਼ ਨਿਭਾਓ। ਯਾਰ ਪੰਜਾਬ ਡੁੱਬਦਾ ਜਾਂਦਾ, ਪੰਜਾਬੀਅਤ ਡੁੱਬਦੀ ਜਾਂਦੀ, ਪੰਜਾਬ ਦੀ ਬੋਲੀ ਡੁੱਬਦੀ ਜਾਂਦੀ ਆ। ਫਿਰ ਤੋਂ ਐਸਾ ਦੌਰ ਪੰਜਾਬ ਦੇ ਵਿੱਚ ਆ ਰਿਹਾ ਕਿ ਸਿਰ ਤੇ ਪੱਗਾਂ ਦੇਖਣ ਨੂੰ ਮਿਲ ਰਹੀਆਂ, ਮੂੰਹ ਤੇ ਦਾੜੀ ਦੇਖਣ ਨੂੰ ਮਿਲ ਰਹੀ ਨਹੀਂ, ਤੇ ਇਹਨਾਂ ਨੇ ਤਾਂ ਖਤਮ ਕਰਤੀ, ਮਲੀਆ ਮੇਟ ਕਰ ਦਿੱਤਾ ਸੀ। ਪਰ ਘਰ ਦੇ ਵਿੱਚ ਨੌਜਵਾਨ ਦੀਪ ਵਰਗਾ ਹੁਣ ਜੰਮੂਗਾ ਤੇ ਜਿਹੜਾ ਸੱਚ ਵਾ ਸੁਣਨਾ ਵੀ ਔਖਾ ਤੇ ਕਹਿਣਾ ਵੀ ਔਖਾ। ਹੁਣ ਹਰ ਘਰ ਦੇ ਵਿੱਚੋਂ ਦੀਪ ਦੀ ਆਵਾਜ਼ ਸੱਚ ਬਣ ਕੇ ਬੋਲਿਆ ਕਰੂਗੀ। ਬੋਲਦਿਆਂ ਚੱਲਦਿਆਂ ਕੋਈ ਗਲਤੀ ਹੋ ਗਈ ਮਾਫੀ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।